ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਪਿਛਲੇ ਦਿਨੀ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਜਿਹੜਾ ਇੱਕ ਅਟੈਕ ਹੋਇਆ, ਟੈਰਰ ਅਟੈਕ ਹੋਇਆ, ਬਹੁਤ ਹੀ ਮੰਦਭਾਗੀ ਘਟਨਾ ਸੀਗੀ। ਤੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਫੈਮਲੀਜ਼ ਰਹਿ ਰਹੀਆਂ ਸੀ, ਸਿੱਖ ਫੈਮਲੀਜ਼, ਉਹਨਾਂ 'ਤੇ ਕੀ ਅਸਰ ਪੈ ਰਿਹਾ ਤੇ ਹੁਣ ਵੀ ਜਿਹੜੇ ਉੱਥੇ ਸਿੱਖ ਫਸੇ ਹੋਏ ਨੇ ਉਹਨਾਂ ਦਾ ਹੁਣ ਕੀ ਹੋਊਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕਿਉਂ ਹੁੰਦੀਆਂ ਨੇ। ਸੋ ਪੂਰੇ ਇਸ ਵਿਸ਼ੇ 'ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਰਜਿੰਦਰਪਾਲ ਸਿੰਘ, ਜਿਹੜੇ ਅਖੰਡ ਕੀਰਤੀ ਜੱਥਾ ਦੇ ਮੁੱਖ ਬੁਲਾਰੇ ਨੇ। ਆਰਪੀ ਸਿੰਘ ਜੀ, ਸਵਾਗਤ ਹੈ ਪਹਿਲਾਂ ਤਾਂ ਬਾਬੂਸ਼ਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਪੁੱਛਣਾ ਤੁਹਾਨੂੰ ਚਾਹੂੰਗਾ, ਜਿਹੜਾ ਇਹ ਕਾਬੁਲ ਦੇ ਵਿੱਚ ਜੋ ਘਟਨਾ ਹੋਈ ਹੈ ਜੀ, ਬੜੀ ਮੰਦਭਾਗੀ ਘਟਨਾ ਸੀਗੀ। ਸਿੱਖਾਂ ਦੇ ਮਨਾਂ ਨੂੰ, ਦਿਲਾਂ ਨੂੰ ਬਹੁਤ ਠੇਸ ਪਹੁੰਚੀ। ਤੇ ਤੁਸੀਂ ਜਿੰਨਾ ਕੁ ਸਟੱਡੀ ਕੀਤਾ, ਜੋ ਦੇਖ ਰਹੇ ਹੋ, ਕੀ ਲੱਗਦਾ ਕੀ ਕਾਰਨ ਰਹੇ ਹੋਣਗੇ ਤੇ ਹੁਣ ਉੱਥੋਂ ਦੇ ਹਾਲਾਤਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਘਟਨਾ ਹੋਈ ਹੈ ਇਹ ਕੋਈ ਪਹਿਲੀ ਵਾਰੀ ਨਹੀਂ ਹੋਈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਵਿੱਚ ਕਈ ਵਾਰੀ ਹੋਈਆਂ ਨੇ। ਔਰ ਸਿਰਫ ਆਪਾਂ ਇਹਨੂੰ ਇਹ ਮੰਨ ਕੇ ਨਾ ਚੱਲੀਏ ਵੀ ਅਫਗਾਨਿਸਤਾਨ ਵਿੱਚ ਇਹ ਘਟਨਾ ਹੋਈ ਹੈ, ਕਿਉਂਕਿ ਜਿਹੜੇ ਸਿੱਖ ਨੇ ਜਾਂ ਨਾਲ ਕਹਿ ਲਓ ਹਿੰਦੂ ਵੀ ਨੇ, ਹਿੰਦੂ ਸਿੱਖਾਂ ਦੀ ਆਬਾਦੀ ਪਾਕਿਸਤਾਨ ਵਿੱਚ ਵੀ ਬਹੁਤ ਹੈ ਅਤੇ ਅਫਗਾਨਿਸਤਾਨ ਵਿੱਚ ਵੀ ਬਹੁਤ ਹੈ। ਸੋ ਇਹ ਜਿਹੜੀ ਘਟਨਾ ਹੈ ਇਹ ਕੋਈ ਆਪਾਂ ਇਹਨੂੰ ਇੱਕ ਵੱਖਰੇ ਕਰਕੇ ਨਹੀਂ ਦੇਖ ਸਕਦੇ। ਪਿਛਲੀਆਂ ਜਿਹੜੀਆਂ ਘਟਨਾਵਾਂ ਨੇ ਔਰ ਹੁੰਦੀਆਂ ਵੀ ਰਹਿੰਦੀਆਂ ਨੇ, ਜਿਵੇਂ ਹੁਣ ਪਾਕਿਸਤਾਨ ਵਿੱਚ ਪੇਸ਼ਾਵਰ ਹੋ ਗਿਆ ਜਾਂ ਹੋਰ ਇੱਦਾਂ ਦੀ ਬੈਲਟ ਹੋ ਗਈ, ਉੱਥੇ ਕਈ ਵਾਰੀ ਹਿੰਦੂਆਂ 'ਤੇ ਸਿੱਖਾਂ 'ਤੇ ਅਟੈਕ ਹੋਏ ਨੇ ਅਤੇ ਮੌਤਾਂ ਵੀ ਹੋਈਆਂ ਨੇ। ਇਸੇ ਤਰ੍ਹਾਂ ਅਫਗਾਨਿਸਤਾਨ ਵਿੱਚ ਵੀ ਕਈ ਵਾਰੀ ਹੋਇਆ। ਹੁਣ ਇਹ ਕਰਦਾ ਕੌਣ ਹੈ, ਇਹ ਸਾਡਾ ਵਿਸ਼ਾ ਨਹੀਂ, ਕਿਉਂਕਿ ਕੋਈ ਟੈਰਰਿਸਟ ਦੇ ਖਾਤੇ ਪੈ ਜਾਂਦੀ ਹੈ ਗੱਲ ਜੀ, ਫਲਾਣੀ ਜਥੇਬੰਦੀ ਨੇ ਕੀਤਾ, ਫਲਾਣੀ ਨੇ ਕੀਤਾ। ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਜਿਹੜਾ ਮੁੱਖ ਸਾਡਾ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਿਹੜੀਆਂ ਇਹ ਮਾਈਨॉरिटीज़ ਪਾਕਿਸਤਾਨ ਜਾਂ ਅਫਗਾਨਿਸਤਾਨ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੀਆਂ ਹਨ, ਕਿ ਵੀ ਉਹਨਾਂ ਦੀ ਜਿਹੜੀ ਸੇਫਟੀ, ਉਹਨਾਂ ਦੇ ਮਨ ਵਿੱਚ ਜਿਹੜੀ ਹੈ ਹੁਣ ਡਰ ਦੀ ਭਾਵਨਾ ਆ ਗਈ ਹੈ, ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਸਮੇਂ ਦੀ ਸਰਕਾਰਾਂ ਹੁੰਦੀਆਂ ਨੇ, ਜਿਵੇਂ ਅਫਗਾਨਿਸਤਾਨ ਵਿੱਚ ਤਾਲੀਬਾਨ ਦੀ ਸਰਕਾਰ ਹੈ, ਇਹ ਮੁੱਖ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਵੀ ਜਿਹੜੀਆਂ ਮਾਈਨॉरिटीज़ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਦਿੱਤੀ ਜਾਵੇ ਔਰ ਜੋ ਜਿੱਥੇ ਉਹ ਰਹਿੰਦੇ ਨੇ ਉੱਥੇ ਕਾਰ ਵਿਹਾਰ ਕਰਨ ਵਿੱਚ ਜਾਂ ਹੋਰ ਸਾਰਾ ਜੋ ਵੀ ਉਹਨਾਂ ਦਾ ਡੇਲੀ ਦੇ ਕੰਮ ਨੇ ਉਹ ਉੱਥੇ ਕਰਦੇ ਰਹਿਣ। ਪਰ ਦੇਖਣ 'ਚ ਇਹ ਆ ਰਿਹਾ ਹੈ ਕਿ ਸਰਕਾਰਾਂ ਦਾ ਕੰਟਰੋਲ ਨਹੀਂ, ਜਾਂ ਕਹਿ ਲਓ ਵੀ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ ਹੈ ਮਾਈਨॉरिटीज़ ਨੂੰ ਸੇਵ ਕਰਨ ਦਾ। ਅੱਛਾ, ਦੂਸਰਾ ਪੁਆਇੰਟ ਜਿਹੜਾ ਆਉਂਦਾ ਹੈ ਉਹ ਇਹ ਆਉਂਦਾ ਹੈ ਕਿ ਵੀ ਜਿਵੇਂ ਹੁਣ ਸਾਡੀ ਸਰਕਾਰ ਹੈ, ਸਾਡੀ ਸਰਕਾਰ ਨੇ ਕੀ ਸਟੈਪਸ ਲਏ ਨੇ। ਦੇਖੋ, ਸਾਡੀ ਸਰਕਾਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਬਈ ਦੇਖੋ ਵੀ ਇਹ ਜਿਹੜਾ ਕੰਮ ਹੋਇਆ ਵੀ ਇਹਦੇ ਜੋ ਵੀ ਬੰਦੇ ਇਹਦੇ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਪਰ ਸਿਰਫ ਇਹ ਕਹਿਣ ਨਾਲ ਗੱਲ ਨਹੀਂ ਬਣਦੀ। ਦੂਸਰਾ, ਸਾਡੀ ਸਰਕਾਰ ਨੇ ਕਹਿ ਦਿੱਤਾ ਜੀ ਅਸੀਂ ਉਹਨਾਂ ਨੂੰ 100 ਵੀਜ਼ੇ ਦੇ ਦਿੱਤੇ ਨੇ ਜਾਂ 150 ਵੀਜ਼ਾ ਦੇ ਦਿੱਤਾ ਹੈ ਅਤੇ ਉਹਨਾਂ ਨੂੰ ਉਹ ਇੰਡੀਆ ਵਿੱਚ ਆ ਸਕਦੇ ਨੇ। ਇਹ ਪ੍ਰੋਬਲਮ ਦਾ ਹੱਲ ਨਹੀਂ ਹੈ। ਦੇਖੋ, ਇੱਕ ਦੇਸ਼ ਵਿੱਚ ਇੱਕ ਮਿਨੋਰਟੀ ਜਾਂ ਇੱਕ ਕੌਮ ਜਿਹੜੀ ਹੈ ਉਹ ਪਿਛਲੇ ਕਈ 100 ਸਾਲਾਂ ਤੋਂ ਉਹਨਾਂ ਦੇ ਪੂਰਵਜ ਉੱਥੇ ਰਹਿ ਰਹੇ ਨੇ, ਉੱਥੇ ਰਹਿ ਰਹੇ ਨੇ। ਉਹਨਾਂ ਨੂੰ ਇੱਕ ਤਾਂ ਉਜਾੜਨਾ, ਉਹਨਾਂ ਦੇ ਕੰਮਕਾਰ ਉੱਥੇ ਨੇ, ਉਹਨਾਂ ਦੀ ਸਾਰੀ ਇੱਕ ਸਮਾਜਕ, ਜਿਹਨੂੰ ਕਹਿੰਦੇ ਆ ਵੀ ਸਮਾਜਕ ਪ੍ਰੋਬਲਮ ਹੈ ਅਤੇ ਇਹ ਠੀਕ ਨਹੀਂ। ਇਸ ਤਰ੍ਹਾਂ ਤਾਂ ਆਪਾਂ ਇਹੀ ਸੋਚ ਲਈਏ ਕਿ ਵੀ ਉਹਨਾਂ ਨੂੰ ਵੀਜ਼ੇ ਦੇ ਦਿਓ ਜੀ, ਇੰਡੀਆ ਵਿੱਚ ਲੈ ਆਓ, ਅਤੇ ਇਸ ਤਰ੍ਹਾਂ ਤਾਂ ਕੱਲ੍ਹ ਨੂੰ ਬੰਗਲਾਦੇਸ਼ ਵਿੱਚ ਕੋਈ ਗੱਲ ਹੁੰਦੀ ਹੈ, ਫਿਰ ਪਾਕਿਸਤਾਨ ਵਿੱਚ ਹੁੰਦੀ ਹੈ, ਕਿੱਥੇ ਕਿੱਥੇ ਸਾਡੀ ਸਰਕਾਰ ਕਰਦੀ ਰਹੇਗੀ। ਸੋ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਬਈ ਸਾਡੀ ਸਰਕਾਰ ਨੂੰ ਉਹਨਾਂ ਕੰਟਰੀ, ਜਿਵੇਂ ਅਫਗਾਨਿਸਤਾਨ ਦੀ ਗੱਲ ਹੋ ਰਹੀ ਹੈ, ਅਫਗਾਨਿਸਤਾਨ ਸਰਕਾਰ 'ਤੇ ਤਾਲੀਬਾਨ ਸਰਕਾਰ 'ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਕਿ ਵੀ ਜਿਨ੍ਹਾਂ ਨੇ ਇਹ ਕੰਮ ਕੀਤੇ, ਇੱਕ ਤਾਂ ਉਹਨਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ ਔਰ ਦੂਸਰਾ ਉਹਨਾਂ ਦੀ ਜਿਹੜੀ ਮਾਈਨॉरिटीज़ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ ਔਰ ਜਿਹੜੇ ਉਹਨਾਂ ਦੇ ਡਰ ਦੀ ਭਾਵਨਾ ਹੈ ਉਹਨੂੰ ਬਾਹਰ ਕੱਢਿਆ ਜਾਵੇ। ਫਿਰ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਕਿ ਵੀ ਜਿਵੇਂ ਇਹਨਾਂ ਨੇ ਕਹਿ ਦਿੱਤਾ ਜੀ ਵੀਜ਼ੇ ਦੇ ਕੇ ਇੱਥੇ ਬੁਲਾ ਲਈਏ। ਹੁਣ ਇੱਥੇ ਆਉਣਗੇ ਉਹ ਅਤੇ ਉਹਨਾਂ ਨੂੰ ਸੈਟਲ ਕਰਨ ਦੀ ਪ੍ਰੋਬਲਮ ਹੈ। ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਕਾਰ ਵਿਹਾਰ ਸਾਰਾ ਜਿਹੜਾ ਹੈਗਾ, ਇਟ ਇਜ਼ ਏ ਵੈਰੀ ਬਿਗ ਪ੍ਰੋਬਲਮ।
ਔਰ ਦੇਖਿਆ ਇਹ ਗਿਆ ਹੈ ਕਿ ਸਰਕਾਰਾਂ ਤਾਂ ਬੁਲਾ ਲੈਣਗੀਆਂ, ਲੇਕਿਨ ਇੱਥੇ ਆਉਣ ਤੋਂ ਬਾਅਦ ਉਹ ਫਿਰ ਨੈਗਲੈਕਟ ਹੁੰਦੇ ਨੇ, ਕੋਈ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਔਰ ਇਸ ਤਰ੍ਹਾਂ ਦੇ ਕੋਈ ਅੱਜ ਦੀ ਗੱਲ ਨਹੀਂ ਹੈ। ਹੁਣ ਦਿੱਲੀ ਵਿੱਚ ਬਹੁਤ ਸਾਰੇ ਅਫਗਾਨੀ ਪਰਿਵਾਰ, ਕਾਬਲੀ ਪਰਿਵਾਰ ਆਏ ਨੇ, ਜੋ ਉਹਨਾਂ ਦੇ ਉੱਤੇ ਹਾਲਾਤ ਰਹੇ ਨੇ ਉਹ ਕਿਸੇ ਤੋਂ ਕੋਈ ਦੱਸਣ ਦੀ ਲੋੜ ਨਹੀਂ ਹੈ। ਇਨ ਦਾ ਸੇਮ ਵੇ ਕੁਝ ਸਰਕਾਰਾਂ ਨੇ, ਜਿਵੇਂ ਯੂਕੇ ਦੀ ਸਰਕਾਰ ਹੈ, ਯੂਕੇ ਦੀ ਸਰਕਾਰ ਨੇ ਵੀ ਉਹਨਾਂ ਨੂੰ ਇਹਦਾ ਰਿਫਿਊਜੀ ਸਟੇਟਸ ਦਿੱਤਾ ਹੈ। ਪਰ ਮੈਂ ਸਮਝਦਾ ਵੀ ਇਹ ਇੱਕ ਨਾ ਟੈਂਪਰੇਰੀ ਗੱਲ ਹੈ। ਇਹਦਾ ਪਰਮਾਨੈਂਟ ਸੋਲੂਸ਼ਨ ਇਹ ਹੋਣਾ ਚਾਹੀਦਾ ਹੈ ਕਿ ਵੀ ਜੋ ਇਹਨਾਂ ਦੇ ਡਿਪਲੋਮੈਟਿਕ ਚੈਨਲਸ ਨੇ, ਸੈਂਟਰਲ ਗੌਰਮੈਂਟ ਦੇ ਡਿਪਲੋਮੈਟਿਕ ਚੈਨਲਸ ਨੇ, ਉਹਨਾਂ ਰਾਹੀਂ ਇਹਨਾਂ ਨੂੰ ਉਹਨਾਂ ਸਰਕਾਰਾਂ 'ਤੇ ਪ੍ਰੈਸ਼ਰ ਪਾ ਕੇ ਤੇ ਬਾਹਰ ਰਹਿੰਦੀਆਂ ਜਿਹੜੀਆਂ ਮਿਨੋਰਟੀਜ਼ ਨੇ, ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ, ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਉਣੀ ਚਾਹੀਦੀ ਹੈ। ਤੁਸੀਂ ਗੱਲ ਕੀਤੀ ਜੀ ਮਾਈਨੋਰਟੀਜ਼ ਦੀ। ਮਾਈਨੋਰਟੀਜ਼ ਜਿਹੜੀਆਂ ਨੇ ਪਿਛਲੇ ਬਹੁਤ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਇਸ ਤਰੀਕੇ ਦੇ ਜਿਹੜੀਆਂ ਸੰਕਟ ਹੈ ਉਹਨਾਂ ਨੂੰ ਫੇਸ ਕਰ ਰਹੀਆਂ ਨੇ। ਪਰ ਇਹ ਹਾਲਾਤ ਇਸ ਤਰ੍ਹਾਂ ਦੇ ਕਿਉਂ ਬਣੇ ਨੇ ਕਿ ਕੋਈ ਵਰਲਡ ਲੈਵਲ 'ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਜਾਂ ਕਿ ਹਿੰਦੁਸਤਾਨ ਦੇ ਵਿੱਚ ਹੀ ਜਿਹੜੀ ਨਫ਼ਰਤ ਹੈ ਉਹ ਵੱਧ ਰਹੀ ਹੈਗੀ ਹੈ, ਉਹਦੇ ਕਾਰਨ ਹੈ ਵੀ ਜਿਹੜੇ ਇੱਥੋਂ ਤੱਕ ਸਹਿਣ ਕਰਨਾ ਪੈਂਦਾ? ਤੁਸੀਂ ਓਵਰਆਲ ਕੀ ਐਨਾਲਾਈਜ਼ ਕਰੋਗੇ ਕਿ ਇਸ ਤਰ੍ਹਾਂ ਦੇ ਜਿਹੜੇ, ਕਿਉਂਕਿ ਹੁਣ ਆਏ ਦਿਨ ਇਸ ਤਰ੍ਹਾਂ ਦਾ ਜਿਹੜੇ ਇਨਸੀਡੈਂਟ ਹੈ ਉਹ ਦੇਖਣ ਨੂੰ ਮਿਲ ਜਾਂਦੇ ਨੇ, ਅੱਗੇ ਸ਼ਾਇਦ ਇੰਨੇ ਨਹੀਂ ਹੁੰਦੇ ਸੀਗੇ, ਸੋ ਕਾਰਨ ਤੁਸੀਂ ਕੀ ਮੰਨਦੇ ਹੋ? ਦੇਖੋ, ਕਾਰਨ ਤੇ ਮੇਨ ਕਾਰਨ ਤਾਂ ਇਹੀ ਹੈ। ਹੁਣ ਜਿਵੇਂ ਦੇਖੋ, ਜਿਹੜੀ ਇਹ ਘਟਨਾ ਹੋਈ ਆ, ਆਪਾਂ ਇਸ ਘਟਨਾ ਬਾਰੇ ਗੱਲ ਕਰੀਏ। ਜਿਹੜੀ ਵੀ ਉੱਥੇ ਦੀ ਜਥੇਬੰਦੀ ਨੇ, ਜਿਹੜੀ ਉਹਨਾਂ ਦੀ ਟੈਰਰਿਸਟ ਆਰਗੇਨਾਈਜੇਸ਼ਨ ਹੈ, ਇਹਦੀ ਜ਼ਿੰਮੇਵਾਰੀ ਲਈ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਅਸੀਂ ਪਿਛਲੇ ਦਿਨੀ ਜਿਹੜਾ ਹਿੰਦੁਸਤਾਨ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ, ਅਸੀਂ ਉਹਦਾ ਬਦਲਾ ਲਿਆ। ਦੇਖੋ, ਗੱਲ ਇਹ ਹੈ ਵੀ ਟਿੱਪਣੀਆਂ ਕਰਨ ਵਾਲਾ ਕੌਣ ਔਰ ਭੁਗਤਣ ਵਾਲਾ ਕੌਣ। ਜਿਹੜੀਆਂ ਟਿੱਪਣੀਆਂ ਨੇ ਉਹ ਇੱਕ ਜੋ ਸਰਕਾਰ ਹੈ ਉਹਨਾਂ ਦੀ ਪਾਰਟੀ ਦੇ ਜੋ ਮੁੱਖ ਬੁਲਾਰੇ ਨੇ ਜਾਂ ਸਪੋਕਸਮੈਨ ਨੇ, ਉਹਨਾਂ ਵੱਲੋਂ ਕੀਤੀਆਂ ਗਈਆਂ। ਉਹਦਾ ਸਿੱਖਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ। ਅੱਛਾ, ਅਤੇ ਹੁਣ ਭੁਗਤਣਾ ਸਿੱਖਾਂ ਨੂੰ ਪਿਆ ਕਿ ਟਿੱਪਣੀਆਂ ਉਹਨਾਂ ਨੇ ਕੀਤੀਆਂ, ਭੁਗਤਣਾ ਸਿੱਖਾਂ ਨੂੰ ਪਿਆ। ਪਰ ਗੱਲ ਇਹ ਹੈ ਕਿ ਵੀ ਆਪਾਂ ਚਲੋ ਇਹ ਤਾਂ ਇੱਕ ਆਈਸੋਲੇਟਡ ਕੇਸ ਹੈ, ਆਪਾਂ ਇਹਨੂੰ ਓਵਰਆਲ ਦੇਖੀਏ। ਓਵਰਆਲ ਜਿਹੜੀ ਹਿੰਦੁਸਤਾਨ ਦੀ ਪੋਜੀਸ਼ਨ ਹੈ ਇਸ ਵੇਲੇ, ਇੱਥੇ ਹਿੰਦੂ ਮੁਸਲਮਾਨ ਜਾਂ ਹਿੰਦੂ ਸਿੱਖ ਜਾਂ ਹਿੰਦੂ ਈਸਾਈ ਜਾਂ ਸਿੱਖ ਮੁਸਲਮਾਨ, ਇਸ ਤਰ੍ਹਾਂ ਦੇ ਮਸਲੇ ਬਣਾ ਕੇ ਉਭਾਰੇ ਜਾ ਰਹੇ ਨੇ, ਜਿਹਦੇ ਨਾਲ ਇੱਕ ਦੇਸ਼ ਵਿੱਚ ਹੀ ਅਸ਼ਾਂਤੀ ਦਾ ਮਾਹੌਲ ਬਣ ਰਿਹਾ ਹੈ, ਡਰ ਦਾ ਮਾਹੌਲ ਬਣ ਰਿਹਾ ਹੈ। ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਉਂਦੀ ਹੈ ਕੇਂਦਰ ਸਰਕਾਰ ਦੀ। ਕੇਂਦਰ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਸੰਵਿਧਾਨ ਹੈ, ਸੈਕੂਲਰ ਸੰਵਿਧਾਨ ਹੈ, ਇਹਦੇ ਵਿੱਚ ਸਾਰੀ ਮਿਨੋਰਟੀਜ਼ ਨੇ, ਸਾਰੀ ਕੌਮਾਂ ਨੂੰ ਖੁੱਲ੍ਹਾ ਜੋ ਹੈ ਰਹਿਣ ਦਾ ਸਭ ਰਾਈਟਸ ਦਿੱਤੇ ਗਏ ਨੇ। ਔਰ ਉਹ ਇਸ ਚੀਜ਼ ਨੂੰ ਜੋ ਉਹਨਾਂ ਨੂੰ ਆਪਣੇ ਪਰਸਨਲ ਰਾਈਟਸ ਨੇ ਉਹ ਇਹਨੂੰ ਇੰਜੋਏ ਕਰ ਸਕਦੇ ਨੇ। ਦੇਖਣ 'ਚ ਆ ਰਿਹਾ ਹੈ ਵੀ ਹੁਣ ਜਿਵੇਂ ਇਹ ਸਰਕਾਰ ਹੈ, ਜਦੋਂ ਦੀ ਸਰਕਾਰ ਆਈ ਹੈ, ਪਿਛਲੇ 5 ਸਾਲ ਨਿਕਲ ਗਏ, ਹੁਣ 3 ਸਾਲ ਹੋਰ ਨਿਕਲ ਗਏ, 2 ਸਾਲ ਬਾਅਦ ਫਿਰ ਇਲੈਕਸ਼ਨਾਂ ਹੋਣੀਆਂ ਨੇ। 8 ਸਾਲਾਂ ਵਿੱਚ ਜਿਹੜਾ ਇੱਥੇ ਭਾਈਚਾਰਾ ਹੈ, ਚਾਹੇ ਹਿੰਦੂ ਮੁਸਲਿਮ ਭਾਈਚਾਰਾ ਹੈ ਜਾਂ ਹਿੰਦੂ ਸਿੱਖ ਭਾਈਚਾਰਾ ਹੈ, ਉਹਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਚੋਟ ਪਹੁੰਚਾਈ ਗਈ ਹੈ। ਔਰ ਉਹਦੇ ਵਾਸਤੇ ਜ਼ਿੰਮੇਵਾਰ ਜਿਹੜੇ ਲੋਕ ਨੇ ਉਹ ਮੋਸਟਲੀ ਜਿਹੜੀ ਇਹ ਰੂਲਿੰਗ ਪਾਰਟੀ ਹੈ ਉਹਨਾਂ ਨਾਲ ਹੀ ਸੰਬੰਧਿਤ ਜ਼ਿੰਮੇਵਾਰ ਬੰਦੇ ਹੁੰਦੇ ਹੈ। ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਇਹ ਜਿਹੜਾ ਪਿੱਛੇ ਬੀਬੀ ਨੇ ਜੋ ਇਹ ਕਮੈਂਟ ਕੀਤੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਹੈ। ਇਸ ਤੋਂ ਪਹਿਲੇ ਇੱਦਾਂ ਦੇ ਬਹੁਤ ਕੇਸ ਹੋਏ ਨੇ, ਲੇਕਿਨ ਮੈਂ ਨਹੀਂ ਸਮਝਦਾ ਵੀ ਕਿਸੇ ਦੇ ਖਿਲਾਫ ਕੋਈ ਪਰਚਾ ਦਰਜ ਹੋਇਆ ਹੋਵੇ, ਕੋਈ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਇਆ, ਕੋਈ ਐਕਸ਼ਨ ਨਹੀਂ ਹੋਇਆ। ਇੱਥੇ ਐਕਸ਼ਨ ਹੋਣ ਦਾ ਜਿਹੜਾ ਮੇਨ ਕਾਰਨ ਸੀਗਾ, ਜੋ ਮੈਂ ਸਮਝਦਾ, ਉਹ ਇਹ ਸੀਗਾ ਵੀ ਜਦੋਂ ਸਾਰੇ ਮੁਸਲਿਮ ਕੰਟਰੀਜ਼ ਨੇ ਇਸ 'ਤੇ ਇਤਰਾਜ਼ ਕੀਤਾ, ਉਹਨਾਂ ਨੇ ਸਰਕਾਰ 'ਤੇ ਪ੍ਰੈਸ਼ਰ ਪਾਇਆ ਅਤੇ ਸਰਕਾਰ ਨੂੰ ਮਜਬੂਰਨ ਇਹ ਸਟੈਪ ਲੈਣਾ ਪਿਆ। ਮੇਰੀ ਇਹਦੇ ਬਾਰੇ ਸੋਚ ਹੈ ਵੀ ਸਰਕਾਰ ਨੂੰ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ। ਔਰ ਉਸ ਵਾਸਤੇ ਜਿਹੜੇ ਵੀ ਇਹਨਾਂ ਦੇ ਇਸ ਤਰ੍ਹਾਂ ਦੇ ਐਲੀਮੈਂਟਸ ਨੇ, ਜੇ ਮੁਸਲਮਾਨਾਂ 'ਤੇ ਜਾਂ ਸਿੱਖਾਂ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਪਰਚੇ ਦਰਜ ਹੋ ਸਕਦੇ ਨੇ, ਅਤੇ ਇਹਨਾਂ ਦੇ ਬੰਦਿਆਂ 'ਤੇ ਕਿਉਂ ਨਹੀਂ ਹੋ ਸਕਦੇ? ਮੈਂ ਨਹੀਂ ਸਮਝਦਾ ਵੀ ਕੋਈ ਇੱਕ ਵੀ ਐਗਜ਼ਾਮਪਲ ਐਸੀ ਹੋਈ ਹੋਵੇ ਕਿ ਬਈ ਸਰਕਾਰ ਨੇ ਇਹਨਾਂ ਦੇ ਖਿਲਾਫ ਕੋਈ 295 ਇਹਦੇ ਪਰਚੇ ਦਰਜ ਕੀਤੇ ਹੋਣ। ਸੋ ਜੇ ਅਸੀਂ ਇੱਥੇ ਜਿਹੜਾ ਹੈ ਸ਼ਾਂਤੀ ਰੱਖਦੇ ਹਾਂ, ਜੇ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਇੱਥੇ ਸਾਰੀ ਭਾਈਚਾਰਕ ਸਾਂਝ ਬਣੀ ਰਹੇ, ਅਤੇ ਉਹਦੇ ਵਾਸਤੇ ਸਰਕਾਰ ਨੂੰ
ਕੁਝ ਇਫੈਕਟਿਵ ਸਟੈਪਸ ਲੈਣੇ ਪੈਣਗੇ, ਔਰ ਜੇ ਉਹ ਨਹੀਂ ਲੈਂਦੇ ਤੇ ਫਿਰ ਇਹ ਦੇਸ਼ ਵਾਸਤੇ ਤਾਂ ਖਤਰਨਾਕ ਹੈ ਹੀ ਹੈ, ਸਾਡੇ ਦੇਸ਼ ਵਾਸਤੇ ਵੀ ਤਾਂ ਨੁਕਸਾਨ ਹੈ। ਉਹਦੇ ਨਾਲ ਨਾਲ ਜਿਹੜੇ ਬਾਹਰ ਸਾਡੇ ਭਰਾ ਭੈਣ ਰਹਿੰਦੇ ਨੇ ਜਾਂ ਮਿਨਾਰਟੀਜ਼ ਰਹਿੰਦੀਆਂ ਨੇ, ਉਹਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਸੋ ਮੈਂ ਇਹ ਸਮਝਦਾ ਕਿ ਜੋ ਸੈਂਟਰ ਦੀ ਸਰਕਾਰ ਹੈ, ਉਹਨਾਂ ਨੂੰ ਇਸ ਪਾਸੇ ਧਿਆਨ ਦੇ ਕੇ ਜਿਹੜਾ ਇਹ ਹਿੰਦੂ ਸਿੱਖ ਮਸਲਾ ਜਾਂ ਮੁਸਲਮਾਨਾਂ ਦੇ ਮਸਲੇ, ਇਹ ਸਾਰੇ ਮਸਲੇ ਉਭਰਨ ਤੋਂ ਰੋਕਣੇ ਚਾਹੀਦੇ ਨੇ। ਔਰ ਜੇ ਕੋਈ ਇੱਦਾਂ ਦਾ ਕੰਮ ਕਰਦਾ, ਭਾਵੇਂ ਹੋਵੇ ਹਿੰਦੂ, ਭਾਵੇਂ ਉਹ ਮੁਸਲਮਾਨ, ਭਾਵੇਂ ਉਹ ਸਿੱਖ, ਜੇ ਉਹ ਇੱਦਾਂ ਦਾ ਕੋਈ ਕੰਮ ਕਰਦਾ ਤਾਂ ਉਹਦੇ ਖਿਲਾਫ ਇੱਕ ਕੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਨੇ, ਗੁਰੂ ਘਰ ਹਰ ਦੇਸ਼ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਸਿੱਖ ਵੀ ਵੱਖ-ਵੱਖ ਕੰਟਰੀਜ਼ ਦੇ ਵਿੱਚ ਬੈਠੇ ਹੋਏ ਨੇ। ਹੁਣ ਇਹਨਾਂ ਇਨਸੀਡੈਂਟ ਤੋਂ ਬਾਅਦ, ਜਾਂ ਪਰਟੀਕੂਲਰਲੀ ਇਸੇ ਇਨਸੀਡੈਂਟ ਦੀ ਗੱਲ ਕਰੀਏ, ਤਾਂ ਗੁਰਦੁਆਰੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਸੇਫਟੀ ਦੇ ਲਈ ਕੀ ਕਰਨਾ ਚਾਹੀਦਾ? ਤੁਸੀਂ ਕੀ ਸਮਝਦੇ ਹੋ? ਕਿਉਂਕਿ ਅੱਜ ਤੁਸੀਂ ਆਪ ਵੀ ਦੱਸਿਆ ਕਿ ਅੱਜ ਇੱਥੇ ਹੋਇਆ, ਉੱਥੋਂ ਉਹਨਾਂ ਨੂੰ ਬੁਲਾ ਲੈਣਾ ਵਾਪਸ ਇੰਡੀਆ, ਇਹ ਇਸ ਮਸਲੇ ਦਾ ਹੱਲ ਨਹੀਂ ਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਗ੍ਹਾ 'ਤੇ ਵੀ ਇਸ ਤਰ੍ਹਾਂ ਦੇ ਅਟੈਕ ਹੋ ਸਕਦੇ ਨੇ। ਸੋ ਗੁਰੂ ਘਰ ਨੇ ਜਿਹੜੇ, ਉਹਨਾਂ ਨੂੰ ਆਪਣੀ ਸੁਰੱਖਿਆ ਦੇ ਲਈ ਹੁਣ ਕੀ ਕਰਨ ਦੀ ਲੋੜ ਹੈ? ਦੇਖੋ, ਇਹ ਜਿਹੜਾ ਮਸਲਾ ਹੈ, ਇਹ ਮਸਲਾ ਜੋ ਮੇਰੀ ਸੋਚ ਹੈ ਉਹ ਇਹ ਇਹਨਾਂ ਕੰਟਰੀਜ਼ ਤੱਕ ਹੀ ਸੀਮਤ ਹੈ। ਹੁਣ ਕੈਨੇਡਾ ਵਿੱਚ, ਅਮਰੀਕਾ ਵਿੱਚ, UK ਵਿੱਚ, US, ਹੋਰ ਕਾਫੀ ਕੰਟਰੀਜ਼ ਵਿੱਚ ਗੁਰਦੁਆਰਾ ਸਾਹਿਬ ਨੇ, ਉੱਥੇ ਪ੍ਰੋਬਲਮ ਨਹੀਂ ਹੈ। ਉੱਥੇ ਪ੍ਰੋਬਲਮ ਸਿਰਫ ਇਸ ਕਰਕੇ ਨਹੀਂ ਹੈ ਕਿ ਵੀ ਉਹ ਜਿਹੜੀਆਂ ਸਰਕਾਰਾਂ ਨੇ, ਬੜੀ ਚੰਗੀਆਂ ਸਰਕਾਰਾਂ ਨੇ, ਔਰ ਉਹ ਇਹ ਜਿਹੜਾ ਸਿਸਟਮ ਜਿਹਾ ਇੱਥੇ ਸਾਡੇ ਹਿੰਦੁਸਤਾਨ ਵਿੱਚ ਹੈ, ਜਿਹੜਾ ਇੱਕ ਹਿੰਦੂ ਸਿੱਖ ਡਿਵਾਈਡ ਹੈ ਜਾਂ ਹਿੰਦੂ ਮੁਸਲਿਮ ਡਿਵਾਈਡ ਹੈ, ਵੀ ਇੱਥੇ ਉਹਨੂੰ ਬੜਾਵਾ ਦਿੰਦੇ ਹੈ, ਉਹ ਉੱਧਰ ਇਹ ਨਹੀਂ ਹੈ। ਸੋ ਜਿਹੜੀ ਮੇਨ ਪ੍ਰੋਬਲਮ ਜਿਹੜੇ ਕੰਟਰੀਜ਼ 'ਚ ਹੈ, ਜਿਵੇਂ ਅਫਗਾਨਿਸਤਾਨ ਦੀ ਗੱਲ ਹੋ ਗਈ, ਪਾਕਿਸਤਾਨ ਦੀ ਗੱਲ ਹੋ ਗਈ। ਹੁਣ ਪਾਕਿਸਤਾਨ ਵਿੱਚ ਹੀ ਦੇਖੋ ਕਿ ਨਨਕਾਣਾ ਸਾਹਿਬ ਹੈ। ਹੁਣ ਨਨਕਾਣਾ ਸਾਹਿਬ ਵੀ ਘਟਨਾ ਹੋਈ ਪਿੱਛੇ, ਨਨਕਾਣਾ ਸਾਹਿਬ ਵੀ ਉੱਥੇ ਕਿਸੇ ਸਿੱਖ ਨੂੰ ਮਾਰਤਾ ਗਿਆ ਸੀਗਾ। ਸੋ ਇਹ ਜਿਹੜਾ ਹੈ, ਇਹਦੇ ਵਾਸਤੇ ਸਰਕਾਰਾਂ ਨੂੰ ਇੱਕ ਤਾਂ ਪ੍ਰਬੰਧ ਕਰਨੇ ਚਾਹੀਦੇ ਹੈ, ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਹੈ। ਔਰ ਦੂਸਰੀ ਗੱਲ ਹੈ ਵੀ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਵੀ ਸਾਡੀ ਇੱਕ ਮਾਰਸ਼ਲ ਕੌਮ ਹੈ, ਠੀਕ ਹੈ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਵੀ ਉਹ ਵੀ ਤਿਆਰ ਬਰ ਤਿਆਰ ਹੋ ਕੇ, ਸਰਕਾਰਾਂ ਵੀ ਉਹਨਾਂ ਨੂੰ ਜਿਹੜਾ ਹੈ ਹੈਲਪ ਕਰਨ ਕਿ ਵੀ ਉਹਨਾਂ ਨੂੰ ਹਥਿਆਰਬੰਦ ਕਰਨ, ਤਾਂ ਜੋ ਉੱਥੇ ਆਪਣੀ ਜਿਹੜੀ ਹੈ ਸੁਰੱਖਿਆ ਉਹ ਆਪ ਯਕੀਨੀ ਬਣਾ ਸਕਣ। ਹੁਣ ਇੱਥੇ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ। ਦੇਖੋ, ਜਦੋਂ ਇਹ ਅਟੈਕ ਹੋਇਆ ਕਾਬੁਲ ਵਾਲੇ ਗੁਰਦੁਆਰੇ 'ਤੇ, ਅਤੇ ਉੱਥੇ 2 ਮੁਸਲਿਮ ਵੀਰ ਜਿਹੜੇ ਨੇ, ਜਿਹੜੇ ਉਹ ਗੁਰਦੁਆਰੇ ਦੀ ਸੁਰੱਖਿਆ ਵਾਸਤੇ ਉੱਥੇ ਉਹਨਾਂ ਨੂੰ ਤੈਨਾਤ ਕੀਤਾ ਗਿਆ ਸੀਗਾ, ਉਹ ਵੀ ਸ਼ਹੀਦ ਹੋਏ ਨੇ। ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ, ਅਤੇ ਮੈਂ ਉਹਨਾਂ ਨੂੰ ਦੀ ਸਿਫਤ ਵੀ ਕਰਦਾ ਕਿ ਵੀ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਹੈ ਪੂਰੀ ਤਨਦੇਹੀ ਨਾਲ, ਬਗੈਰ ਇਹ ਦੇਖੇ ਵੀ ਕਿਹੜੀ ਕੌਮ ਹੈ, ਕਿ ਸਿੱਖ ਨੇ ਜਾਂ ਹਿੰਦੂ ਨੇ ਜਾਂ ਕੌਣ ਨੇ, ਉਹਨਾਂ ਨੇ ਆਪਣੀ ਜਾਨ ਵਾਰਤੀ। ਸੋ ਮੇਰਾ ਜੋ ਇਸ ਬਾਰੇ ਵਿਚਾਰ ਹੈ ਉਹ ਇਹ ਹੈ ਕਿ ਸਰਕਾਰਾਂ ਨੂੰ ਇਹਦੇ ਬਾਰੇ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਨੇ, ਚਾਹੇ ਪਾਕਿਸਤਾਨ ਸਰਕਾਰ ਹੈ, ਚਾਹੇ ਅਫਗਾਨਿਸਤਾਨ ਸਰਕਾਰ ਹੈ। ਔਰ ਇਹ ਪ੍ਰੋਬਲਮ ਹੈ ਵੀ ਇੱਧਰ ਹੀ। ਹੋਰ ਦੇਖੋ, ਮੁਸਲਿਮ ਕੰਟਰੀਜ਼ ਬਹੁਤ ਨੇ, ਇੱਧਰ UAE ਚਲੇ ਜਾਓ ਜਾਂ ਹੋਰ ਸਭ ਥਾਵਾਂ 'ਤੇ, ਉੱਥੇ ਇੱਦਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ। ਸੋ ਇਹ ਜਿੱਥੇ ਸਰਕਾਰਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਨੇ, ਉੱਥੇ ਉਹਨਾਂ ਨੂੰ, ਉੱਥੇ ਜਿਹੜੇ ਸਿੱਖ ਨੇ, ਜੋ ਉੱਥੇ ਸੇਵਾ ਸੰਭਾਲ ਪ੍ਰਬੰਧਕ ਨੇ, ਉਹਨਾਂ ਨੂੰ ਵੀ ਜਿਹੜਾ ਹੈਗਾ ਵੀ ਇਸ ਬਾਰੇ ਉਹਨੂੰ ਤਿਆਰ ਬਰ ਤਿਆਰ ਕਰਨਾ ਚਾਹੀਦਾ। ਜਿਹੜੇ ਹੁਣ ਉਹ ਸਿੱਖ ਸੀਗੇ, ਬਹੁਤ ਸਾਰੇ ਸਿੱਖ ਸੀਗੇ, ਉੱਥੇ ਵੀ ਫਸੇ ਹੋਏ ਨੇ। ਚਲੋ, ਜਦੋਂ ਇੱਥੇ ਆਉਣਗੇ ਅਤੇ ਉਹਨਾਂ ਲਈ ਜਿਹੜੇ ਬਾਕੀ ਜਿਹੜੇ ਹੁਣ ਇੱਥੇ ਸਿੱਖ ਰਹਿੰਦੇ ਨੇ, ਭਾਈਚਾਰੇ ਦੇ ਨੇ, ਕੀ ਲੱਗਦਾ ਉਹਨਾਂ ਦਾ ਕੀ ਫਰਜ਼ ਬਣਦਾ? ਕਿਉਂਕਿ ਉੱਥੇ ਕੰਮਕਾਰ ਚੱਲ ਰਿਹਾ ਸੀਗਾ, ਸੋ ਅਚਾਨਕ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਅਤੇ ਸੋਚਿਆ ਨਹੀਂ ਸੀ ਜੋ ਹੋ ਗਿਆ, ਅਤੇ ਹੁਣ ਉਹ ਇੱਥੇ ਅਪਸੈਟ ਹੋ ਚੁੱਕੇ ਨੇ, ਇੱਥੇ ਸੈਟਲ ਹੋਣਾ ਬਹੁਤ ਔਖਾ ਹੈ। ਅਤੇ ਜਿਹੜੇ ਹੋਰਾਂ ਸਿੱਖਾਂ ਦਾ ਕੀ ਲੱਗਦਾ, ਕੀ ਫਰਜ਼ ਹੋਣਾ ਚਾਹੀਦਾ ਵੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਮਦਦ ਕੀਤੀ ਜਾਵੇ? ਦੇਖੋ, ਜਿਹੜੇ ਵੀ ਪਰਿਵਾਰਾਂ ਨੇ ਉਜੜ ਕੇ ਇੱਥੇ ਆਉਣਾ ਹੈ, ਉਹਨਾਂ ਨੂੰ ਸੈਟਲ ਕਰਨ ਦਾ, ਉਹਨਾਂ ਨੂੰ ਇੱਥੇ ਵਸਾਉਣ ਦਾ ਜਿਹੜੀ ਮੇਨ ਜ਼ਿੰਮੇਵਾਰੀ ਹੈ, ਮੁੱਖ ਜ਼ਿੰਮੇਵਾਰੀ ਹੈ, ਉਹ ਸਰਕਾਰ 'ਤੇ ਹੈ, ਕੇਂਦਰ ਸਰਕਾਰ 'ਤੇ ਹੈ। ਪਰ ਜਿਵੇਂ ਕਿ ਸਾਡੀ ਜਿਹੜੀ ਕੌਮ ਹੈ, ਉਹ ਕਦੀ ਵੀ ਇਹਨਾਂ ਕੰਮਾਂ ਤੋਂ ਪਿੱਛੇ ਨਹੀਂ ਹਟੀ। ਇਹ ਤਾਂ ਸਾਡੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਨੇ। ਇਸ ਤੋਂ ਇਲਾਵਾ ਜੇ ਕਿਸੇ ਹੋਰ ਭਾਈਚਾਰੇ ਦੇ ਵੀ ਲੋਕ ਆਉਂਦੇ ਨੇ, ਉਹਨਾਂ ਦੀ ਵੀ ਸਾਡੀ ਕੌਮ ਵੱਲੋਂ ਜਿਹੜੀ ਸਾਡੀ ਇੱਥੇ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, NGOs ਨੇ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਨੇ, ਉਹ ਪੂਰੀ ਮਦਦ ਕਰਦੀਆਂ ਨੇ। ਅਤੇ ਹੁਣ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ, ਅਤੇ ਜਿਹੜੀ ਸਿੱਖ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਵੱਲੋਂ ਉਹਨਾਂ ਨੂੰ ਪੂਰੀ ਉਹਨਾਂ ਦੀ ਮਦਦ ਕੀਤੀ ਜਾਵੇਗੀ।
ਉਹਨਾਂ ਦਾ ਮੁੜ ਵਸੇਬਾ ਕਰਨ ਵਾਸਤੇ, ਤੇ ਜੋ ਵੀ ਇੰਡੀਵਿਜੂਅਲ ਲੈਵਲ ਤੇ ਵੀ ਸਿੱਖ ਕੌਮ ਉਹਨਾਂ ਵਾਸਤੇ ਕਰ ਸਕਦੀ ਉਹ ਜ਼ਰੂਰ ਕਰੇਗੀ। ਸਿੰਘ ਸਾਹਿਬ, ਆਖਰੀ ਸਵਾਲ, ਕੀ ਤੁਹਾਨੂੰ ਲੱਗਦਾ ਹੈ ਵੀ ਸਿੱਖ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਨੇ, ਚਾਹੇ ਉਹ ਆਪਾਂ ਇੱਥੇ ਇੰਡੀਆ ਦੀ ਗੱਲ ਕਰੀਏ, ਕਿੰਨੇ ਕੁ ਅੱਜ ਦੇ ਟਾਈਮ 'ਚ ਸੇਫ ਨੇ ਆਪਾਂ ਕਹਿ ਸਕਦੇ ਹਾਂ? ਵੈਸੇ ਸਵਾਲ ਤੁਹਾਡਾ ਜਿਹੜਾ ਹੈਗਾ ਇਹ ਬਹੁਤ ਇੰਪੋਰਟੈਂਟ, ਬਹੁਤ ਵਧੀਆ ਸਵਾਲ ਹੈ। ਦੇਖੋ, ਸੇਫਟੀ ਜਾਂ ਸਿਕਿਉਰਿਟੀ ਦੇ ਪੱਖੋਂ ਅਸੀਂ ਦੇਖੀਏ ਤੇ ਹੁਣ ਇਸ ਵੇਲੇ ਪੰਜਾਬ ਦੇ ਬਹੁਤ ਜ਼ਿਆਦਾ ਪਰਿਵਾਰ ਸਿੱਖ ਨੌਜਵਾਨ ਕੈਨੇਡਾ ਵਿੱਚ ਜਾ ਕੇ ਸੈਟਲ ਹੋ ਗਏ ਨੇ। ਅੱਛਾ, ਇਨ ਦਾ ਸੇਮ ਵੇ ਆਸਟ੍ਰੇਲੀਆ ਵਿੱਚ ਹੀ ਗਏ ਨੇ, ਇਨ ਦਾ ਸੇਮ ਵੇ ਨਿਊਜ਼ੀਲੈਂਡ ਵਿੱਚ ਹੀ ਗਏ ਨੇ, ਯੂਕੇ ਵਿੱਚ ਵੀ ਨੇ, ਅਮਰੀਕਾ ਵਿੱਚ ਨੇ, ਲੇਕਿਨ ਉਹਨਾਂ ਵੱਲੋਂ ਕਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਫੇਸ ਨਹੀਂ ਕੀਤੀ ਗਈ ਔਰ ਉਹ ਪੂਰੀ ਤਰ੍ਹਾਂ ਸੇਫ ਨੇ। ਅਤੇ ਕੋਈ ਆਈਸੋਲੇਟਿਡ ਘਟਨਾਵਾਂ ਹੁੰਦੀਆਂ ਨੇ, ਕਿਵੇਂ ਅਮਰੀਕਾ ਵਿੱਚ ਪਿੱਛੇ ਇੱਕ ਅੱਧ ਵਾਰੀ ਹੋਈਆਂ ਨੇ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਵੀ ਮੇਨ ਸਾਰੇ ਸਿੱਖ ਕੌਮ ਨਾਲ ਜੋੜ ਕੇ ਨਹੀਂ ਦੇਖ ਸਕਦੇ। ਅਤੇ ਲੇਕਿਨ ਜਿਹੜੀ ਮੇਨ ਗੱਲ ਜਿਹੜੀ ਹੈ ਨਾ ਉਹ ਇਹੀ ਹੈ ਕਿ ਵੀ ਜਿਹੜੇ ਕੰਟਰੀਜ਼ ਵਿੱਚ, ਜੋ ਮੈਂ ਪਹਿਲੇ ਵੀ ਇਹ ਗੱਲ ਕਹੀ ਹੈ ਕਿ ਵੀ ਜਿਵੇਂ ਅਫਗਾਨਿਸਤਾਨ ਵਿੱਚ, ਪਾਕਿਸਤਾਨ ਦਾ ਜਿਹੜਾ ਇਲਾਕਾ ਹੈਗਾ ਦਰ ਪੇਸ਼ਾਵਰ ਵਗੈਰਾ ਵਾਲਾ ਇਲਾਕਾ ਹੈ, ਉੱਥੇ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਵੀ ਸਿੱਖਾਂ ਨੂੰ ਆਪਣੀ ਸੇਫਟੀ ਬਾਰੇ ਸੋਚਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਉਹਦੀ ਮਦਦ ਕਰਨੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਗੱਲਬਾਤ ਅਸੀਂ ਕੀਤੀ ਹੈ ਖਾਸ ਤੌਰ 'ਤੇ ਜਿਹੜਾ ਘਟਨਾ ਜਿਹੜੀ ਹੋਈ ਹੈ ਕਾਬੁਲ ਦੇ ਵਿੱਚ ਗੁਰਦੁਆਰਾ ਸਾਹਿਬ 'ਤੇ ਅਟੈਕ ਹੋਇਆ ਸੀਗਾ, ਅਤੇ ਇਸ ਵੇਲੇ ਵੀ ਉੱਥੇ ਜਿਹੜੇ ਸਿੱਖ ਨੇ ਫਸੇ ਹੋਏ ਨੇ, ਉਹ ਉਡੀਕ ਕਰ ਰਹੇ ਨੇ ਕਿ ਕਦੋਂ ਉਹਨਾਂ ਨੂੰ ਸੇਫਲੀ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਲਿਆਂਦਾ ਜਾਊਗਾ। ਅਤੇ ਹੋਰ ਵੀ ਮਾਈਨੋਰਟੀਜ਼ ਦੇ ਇਸ਼ੂਜ਼ 'ਤੇ ਜਿਹੜੀ ਖੁੱਲ੍ਹ ਕੇ ਗੱਲਬਾਤ ਹੈ ਉਹ ਕੀਤੀ ਆਰਪੀ ਸਿੰਘ ਜੀ ਦੇ ਨਾਲ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।